ओपीएस ਤੇ ਕੇਂਦਰ ਦੀ ਦੋ ਟੋਕ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਬੋਲੇ ਕਿਹਾ ਐਨਪੀਐਸ ਦੇ ਵਿੱਚ ਜਮ੍ਹਾਂ ਫੰਡ ਸੂਬਿਆਂ ਨੂੰ ਨਹੀਂ ਮਿਲੇਗਾ। ਮੁਲਾਜ਼ਮਾਂ ਨੂੰ ਜਾਵੇਗਾ। ਪੰਜਾਬ ਨੇ ਕੇਂਦਰ ਤੋਂ ਮੰਗੇ ਸਨ ਐਨਪੀਐਸ ਦੇ 16,746 ਕਰੋੜ ਰੁਪਏ। ਕੁਰੂਕਸ਼ੇਤਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਵਿੱਚ ਹੰਗਾਮਾ। ਬਲਜੀਤ ਸਿੰਘ ਦਾਦੂਵਾਲ ਦੇ ਸੁਰੱਖਿਆ ਗਾਰਡਾਂ ਤੇ ਐਸਜੀਪੀਸੀ ਮੈਂਬਰਾਂ ਦੇ ਵਿਚਾਲੇ ਹੋਈ ਝੜਪ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੋਇਆ ਵਿਵਾਦ। ਮਾਮਲੇ ਦੀ ਜਾਂਚ ਦੇ ਲਈ ਐਸਜੀਪੀਸੀ ਨੇ ਬਣਾਈ 5 ਮੈਂਬਰੀ ਕਮੇਟੀ। ਕੁਰੂਕਸ਼ੇਤਰ ਦੇ ਗੁਰੂ ਘਰ ਦੇ ਵਿੱਚ ਹੋਈ ਝੜਪ ਨੂੰ ਸੁਖਬੀਰ ਬਾਦਲ ਨੇ ਦੱਸਿਆ ਕਾਲਾ ਦਿਨ। ਹਰਿਆਣਾ ਸਰਕਾਰ ਤੇ ਵੀ ਚੁੱਕੇ ਸਵਾਲ। ਕਿਹਾ ਐਸਜੀਪੀਸੀ ਨੂੰ ਕਮਜ਼ੋਰ ਕਰਨ ਦੀ ਹੋ ਰਹੀ ਹੈ ਸਾਜ਼ਿਸ਼। ਹਰਿਆਣਾ ਸੀਐਮ ਦਾ ਜਵਾਬ, ਸਾਡਾ ਨਹੀਂ ਕੋਈ ਦਖਲ। ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਤੇ ਬੋਲਿਆ ਵੱਡਾ ਹਮਲਾ। ਕਿਹਾ ਹੁਣ ਬੰਦੀ ਸਿੱਖਾਂ ਦੇ ਲਈ ਕਰ ਰਹੇ ਨੇ ਸਾਈਨ। ਜਦੋਂ ਪੈਂਦਾ ਸੀ ਦਸਤਖਤ ਦਾ ਮੁੱਲ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਕਿਤੇ ਹਸਤਾਖਰ। ਤਾਂ ਸੁਖਬੀਰ ਬੋਲੇ ਅਕਾਲੀ ਦਲ ਨੇ ਲੜੀ ਬੰਦੀ ਸਿੱਖਾਂ ਦੀ ਲੜਾਈ। ਕੌਮੀ ਇਨਸਾਫ ਮੋਰਚੇ ਤੇ ਰਾਜੋਆਣਾ ਦਾ ਤਿੱਖਾ ਨਿਸ਼ਾਨਾ। ਕਿਹਾ ਮੋਰਚੇ ਦੇ ਨਾਲ ਨਹੀਂ ਮੇਰਾ ਕੋਈ ਤਾਲੁਕ। ਕੁਝ ਆਗੂ ਜਾਣਬੁੱਝ ਕੇ ਕਰ ਰਹੇ ਨੇ ਗਲਤ ਬਿਆਨਬਾਜ਼ੀ। ਪ੍ਰਬੰਧਕ ਅਮਰ ਸਿੰਘ ਚਾਹਲ ਨੂੰ ਦੱਸਿਆ ਏਜੰਸੀਆਂ ਦਾ ਬੰਦਾ। ਮੋਰਚੇ ਨੇ ਕਿਹਾ ਰਾਜੋਆਣਾ ਦੇ ਨਾਲ ਕਰਾਂਗੇ ਤਾਲਮੇਲ। ਸੀਐਮ ਮਾਨ ਤੇ ਗਵਰਨਰ ਦੇ ਵਿਚਾਲੇ ਵੱਧ ਰਹੀਆਂ ਤਲਖੀਆਂ ਦੇ ਉੱਤੇ ਬੋਲੇ ਰਾਜਾ ਵੜਿੰਗ। ਕਿਹਾ ਪੰਜਾਬ ਦੇ ਵਿੱਚ ਗਵਰਨਰ ਰਾਜ ਲਗਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ, ਮੌਕੇ ਦੀ ਕਰ ਰਹੀ ਹੈ ਭਾਲ। ਲੁਧਿਆਣਾ ਦੇ ਵਿੱਚ ਸੀਐਮ ਮਾਨ ਨੇ ਪੰਜਾਬ ਦੇ ਸਭ ਤੋਂ ਵੱਡੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੀਤਾ ਉਦਘਾਟਨ। ਬੋਲੇ ਪੰਜਾਬ ਦੇ ਪਾਣੀਆਂ ਨੂੰ ਸਾਫ਼ ਸੁਥਰਾ ਰੱਖਣਾ ਸਾਡੀ ਜ਼ਿੰਮੇਵਾਰੀ। ਬੁੱਢੇ ਨਾਲੇ ਤੋਂ ਹਟਾ ਕੇ ਰਹਾਂਗੇ ਗੰਦੇ ਨਾਲੇ ਦਾ ਕਲੰਕ। ਪਰਾਲੀ ਦੇ ਮਸਲੇ ਤੇ ਹੋਈ ਵਰਕਸ਼ਾਪ ਦੇ ਵਿੱਚ ਬੋਲੇ ਮੁੱਖ ਮੰਤਰੀ ਮਾਨ। ਕਿਹਾ ਕੇਂਦਰ ਦਾ ਮਿਲਦਾ ਰਹੇ ਸਾਥ। ਜੀਐਸਟੀ ਆਰਡੀਐਫ ਸਣੇ ਬਾਕੀ ਬਕਾਏ ਦੀ ਹੋਵੇ ਅਦਾਇਗੀ। ਤਾਂ ਮੀਟਿੰਗ ਦੇ ਵਿੱਚ ਹਰਿਆਣਾ ਦੇ ਸੀਐਮ ਨੇ ਚੁੱਕਿਆ ਐਸਵਾਈਐਲ ਦਾ ਮੁੱਦਾ। ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੂੰ ਲੁਧਿਆਣਾ ਪੁਲਿਸ ਨੇ ਕੀਤਾ ਗ੍ਰਿਫਤਾਰ। ਹਾਈ ਕੋਰਟ ਦੇ ਵੱਲੋਂ ਗ੍ਰਿਫਤਾਰੀ ਦੇ ਜਾਰੀ ਕੀਤੇ ਗਏ ਸਨ ਵਾਰੰਟ। ਸੇਖੋਂ ਬੋਲੇ ਮੈਂ ਆਪਣੇ ਮੁਕਾਮ ਤੇ ਪਹੁੰਚ ਚੁੱਕਿਆ। ਫਿਲਹਾਲ ਨਹੀਂ ਹੋਵੇਗੀ ਇਮਰਾਨ ਖਾਨ ਦੀ ਗ੍ਰਿਫਤਾਰੀ। ਫੰਡਿੰਗ ਕੇਸ ਦੇ ਵਿੱਚ ਲਾਹੌਰ ਹਾਈ ਕੋਰਟ ਨੇ ਦਿੱਤੀ ਰਾਹਤ। 3 ਮਾਰਚ ਤੱਕ ਰਹੇਗੀ ਰੋਕ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ। ਜਦੋਂ ਬਹੁਤ ਉਮੀਦਾਂ ਹੋਣ ਪਰ ਉਮੀਦਾਂ ਨੂੰ ਲੱਗੇ ਝਟਕਾ। ਜਦੋਂ ਸੂਬਾ ਸਰਕਾਰ ਨੂੰ ਕੇਂਦਰ ਦੀਆਂ ਸਰਕਾਰਾਂ ਤੋਂ ਉਮੀਦ ਹੋਵੇ ਪਰ ਉਮੀਦ ਨੂੰ ਲੱਗੇ ਝਟਕਾ, ਫਿਰ ਫਰਕ ਤਾਂ ਪੈਂਦਾ ਹੈ। ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਹੋਵੇਗੀ OPS ਦੀ, ਯਾਨੀ 올ਡ ਪੈਨਸ਼ਨ ਸਕੀਮ ਦੀ, ਜਿਸ ਦੇ ਉੱਤੇ ਕੇਂਦਰ ਦੀ ਸਰਕਾਰ ਨੇ ਦੋ ਟੁਕ ਕਹਿ ਦਿੱਤਾ ਹੈ ਕਿ ਖਜ਼ਾਨੇ ਚੋਂ ਮਿਲਣਾ ਕੁਝ ਨਹੀਂ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਆਨ ਦਿੱਤਾ, ਸਾਫ਼ ਕਰ ਦਿੱਤਾ ਕਿ ਐਨਪੀਐਸ ਦੇ ਵਿੱਚ ਜਮ੍ਹਾਂ ਫੰਡ ਸੂਬਿਆਂ ਨੂੰ ਨਹੀਂ ਮਿਲੇਗਾ। ਜਮ੍ਹਾਂ ਫੰਡ ਸੂਬਿਆਂ ਨੂੰ ਨਹੀਂ ਬਲਕਿ ਮੁਲਾਜ਼ਮਾਂ ਨੂੰ ਸਿੱਧਾ ਦਿੱਤਾ ਜਾਵੇਗਾ। ਪੰਜਾਬ ਨੇ ਕੇਂਦਰ ਤੋਂ ਐਨਪੀਐਸ ਦੇ 16,746 ਕਰੋੜ ਰੁਪਏ ਮੰਗੇ ਸਨ। ਪੰਜਾਬ ਦੇ ਵਿੱਚ OPS ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਸੂਬਾ ਸਰਕਾਰ ਕਰ ਚੁੱਕੀ ਹੈ ਤੇ ਉਸ ਦਾ ਬਹੁਤ ਕੁਝ ਤੁਸੀਂ ਕਹਿ ਸਕਦੇ ਹੋ ਨਿਰਭਰ ਕਰਦਾ ਹੈ ਕੇਂਦਰ ਦੀ ਸਰਕਾਰ ਦੇ ਉੱਤੇ, ਜਾਂ ਕਹੀਏ ਕਿ ਐਨਪੀਐਸ ਦੇ ਵਿੱਚ ਜਮ੍ਹਾਂ ਫੰਡ ਦੇ ਉੱਤੇ, ਕਿਉਂਕਿ 16,746 ਕਰੋੜ ਰੁਪਏ ਫੰਡ ਦੇ ਮੰਗੇ ਗਏ ਨੇ ਕਿ ਉਹ ਫੰਡ ਦਵੋ। ਅਸੀਂ ਪੰਜਾਬ ਦੇ ਵਿੱਚ OPS ਸਕੀਮ ਬਹਾਲ ਕਰਦੀ ਹੈ, 올ਡ ਪੈਨਸ਼ਨ ਸਕੀਮ ਨੂੰ ਬਹਾਲ ਕਰਦੀ ਹੈ। 올ਡ ਪੈਨਸ਼ਨ ਸਕੀਮ ਦਰਸ਼ਕ ਜਾਣਦੇ ਨੇ 2004 ਤੋਂ ਪਹਿਲਾਂ ਜਿਹੜੀ ਭਰਤੀ ਹੋਈ ਸਰਕਾਰੀ, ਉਹਨਾਂ ਨੂੰ ਪੈਨਸ਼ਨ ਮਿਲਦੀ ਹੈ, ਪਰ ਜਿਹੜੇ 2004 ਤੋਂ ਬਾਅਦ ਭਰਤੀ ਹੋਏ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੇਗੀ। ਜਦੋਂ ਰਿਟਾਇਰ ਹੋਣਗੇ ਤੇ ਉਹਨਾਂ ਦੇ ਰਿਟਾਇਰਮੈਂਟ ਨੂੰ ਲੈ ਕੇ ਇਹ ਸਰਕਾਰ ਦੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਅਸੀਂ OPS ਬਹਾਲ ਕਰ ਰਹੇ ਹਾਂ। ਖੈਰ ਨਵਾਂ ਸਿਸਟਮ ਜ਼ਰੂਰ ਨਿਊ ਪੈਨਸ਼ਨ ਸਕੀਮ ਵਾਲਾ ਸਿਸਟਮ ਲਿਆਂਦਾ ਸੀ ਤੇ ਉਸ ਦੇ ਵਿੱਚ ਪੈਸੇ ਜਮ੍ਹਾਂ ਹੋ ਰਹੇ ਨੇ EMPLOYEES ਦੇ, NPS ਉਸ ਨੂੰ ਕਿਹਾ ਜਾਂਦਾ ਹੈ। ਔਰ ਪੰਜਾਬ ਦਾ ਜੇਕਰ ਫੰਡ ਦਾ ਜ਼ਿਕਰ ਕਰੀਏ 16,000 ਕਰੋੜ ਤੋਂ ਜ਼ਿਆਦਾ ਬਣਦਾ ਹੈ। ਤਾਂ ਕੇਂਦਰ ਦੀ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਫੰਡ ਨਹੀਂ ਮਿਲੇਗਾ ਸੂਬਿਆਂ ਨੂੰ। ਇਹ ਸਿਰਫ ਪੰਜਾਬ ਤੱਕ ਸੀਮਿਤ ਨਹੀਂ, ਕਿਉਂਕਿ ਹਿਮਾਚਲ ਦੇ ਵਿੱਚ ਸਰਕਾਰ ਦੇ ਵੱਲੋਂ OPS ਲਾਗੂ ਕਰਨ ਦਾ ਜ਼ਿਕਰ ਹੋਇਆ, ਰਾਜਸਥਾਨ ਦੇ ਵਿੱਚ ਜ਼ਿਕਰ ਹੋਇਆ। ਬਟ ਸਵਾਲ ਇਹੀ ਹੈ ਕਿ ਜੇ ਕੇਂਦਰ ਦਾ ਫੰਡ ਨਹੀਂ ਆਉਂਦਾ ਤਾਂ ਕੀ OPS ਸਕੀਮ ਲਾਗੂ ਨਹੀਂ ਹੋ ਪਾਵੇਗੀ। ਨਿਰਮਲਾ ਸੀਤਾਰਮਨ ਜੈਪੁਰ ਦੇ ਵਿੱਚ ਸਨ, ਜਿੱਥੇ ਉਹਨਾਂ ਤੋਂ ਸਵਾਲ ਪੁੱਛਿਆ ਗਿਆ। ਰਾਜਸਥਾਨ ਵੀ ਜਿਵੇਂ ਮੈਂ ਜ਼ਿਕਰ ਕੀਤਾ ਕਿ ਉਹਨਾਂ ਸੂਬਿਆਂ ਦੇ ਵਿੱਚ ਸ਼ੁਮਾਰ ਹੈ ਜਿਨ੍ਹਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਫੈਸਲਾ ਜਿਨ੍ਹਾਂ ਦੇ ਵੱਲੋਂ ਲਿਆ ਗਿਆ, ਜਿਹੜੀਆਂ ਸੂਬਾ ਸਰਕਾਰਾਂ ਦੇ ਵੱਲੋਂ। ਉਹਨਾਂ 'ਚ ਰਾਜਸਥਾਨ ਹੈ, ਉਹਨਾਂ ਦੇ ਵਿੱਚ ਪੰਜਾਬ ਵੀ ਆ ਗਿਆ ਤੇ ਉਹਨਾਂ ਦੇ ਵਿੱਚ ਹਿਮਾਚਲ ਵੀ ਆ ਗਿਆ। ਦੇਸ਼ ਦੇ ਕੁਝ ਹੋਰ ਸੂਬੇ ਵੀ ਨੇ, ਛੱਤੀਸਗੜ੍ਹ ਦਾ ਵੀ ਜ਼ਿਕਰ ਹੁੰਦਾ ਹੈ। ਤਾਂ ਕੁੱਲ ਮਿਲਾ ਕੇ ਗੱਲ ਇਹ ਹੈ ਕਿ OPS ਦੇ ਉੱਤੇ
फिलहाल एक क्वेश्चन मार्क जरूर है। खैर सूबा सरकार अपने वादे ਨੂੰ ਕਿਵੇਂ ਪੂਰਾ ਕਰਦੀ ਹੈ, ਪੰਜਾਬ ਦੀ ਹੋਵੇ, ਹਰਿਆਣਾ ਦੀ ਹੋਵੇ, ਰਾਜਸਥਾਨ ਦੀ ਹੋਵੇ, ਇੱਕ ਵੱਡਾ ਸਵਾਲ ਜ਼ਰੂਰ ਹੋਏਗਾ। ਓਪੀਐਸ ਦੇ ਉੱਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਦੋ ਟੁਕ ਕਹਿ ਦਿੱਤਾ ਗਿਆ ਹੈ ਕਿ ਜਿਹੜਾ ਐਨਪੀਐਸ ਵਾਲਾ ਪੈਸਾ ਹੈ ਉਹ ਸੂਬਿਆਂ ਨੂੰ ਨਹੀਂ ਦਿੱਤਾ ਜਾਵੇਗਾ, ਉਹ ਮੁਲਾਜ਼ਮ ਜਿਹੜੇ EMPLOYEES ਨੇ ਉਹਨਾਂ ਨੂੰ ਹੀ ਦਿੱਤਾ ਜਾਵੇਗਾ। ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਗਿਆ ਹੈ निर्मला सीतारमण के। एक स्टेट अगर उनके कोई भी कारण हो, मैं उसमें नहीं जा रही हूं, डिसीजन लेता है, फिर एक्सपेक्ट करते हैं जो फंड बेटा हुआ है वो ईपीएफ कमिश्नर के पास, वो केंद्र सरकार नहीं, वो कमिश्नर अलग है, वो पैसा इकट्ठा स्टेट के पास दे देना चाहिए। ऐसे अगर एक्सपेक्टेशन है तो नो, क्योंकि आप भी एम्प्लॉय है कहीं, मैं भी कहीं एम्प्लॉय हूं, जनता में ऐसे ही है ना, वो मेरा हक है, एम्प्लॉय का हक है, मेरा पैसा है उधर बैठा हुआ है और इंटरेस्ट कमा रहा है, और जब मैं रिटायर हूं उस समय वो पैसा मेरे हाथ में आना चाहिए, किसी दूसरे के हाथ में नहीं। खैर जो केंद्र की सरकार तो दो टुक कह दिता जाए, उन्होंने वालों सूबा सरकारों को दो टुक जवाब मिल जाए कि एनपीएस वाला पैसा नहीं दिता जाएगा केंद्र के वालों, फिर फर्क तब पैंदा है। हुण अगे वधदे हां ते वारी अज दे सवाल दी, ते अज दा सवाल पेंशन स्कीम दे नाल ही जुड़िया होया है। निर्मला सीतारमण जयपुर दे विच सन, उन्होंने वालों साफ कह दिता गया कि जिहड़ा एनपीएस वाला पैसा है वह सूबियां नूं नहीं दिता जाएगा। पंजाब दा 16,500 करोड़ है एम्प्लॉयज़ का पैसा एनपीएस दे विच जो जमा हुंदा है। ਤਾਂ ਸਵਾਲ ਅੱਜ ਦਾ ਕਿ ਭਾਰਤ ਦੇ ਵਿੱਚ ਪੈਨਸ਼ਨ ਨੂੰ ਲੈ ਕੇ ਪਹਿਲਾ ਕਾਨੂੰਨ ਕਦੋਂ ਬਣਿਆ ਸੀ? ਚਾਰ ਆਪਸ਼ਨਸ ਤੁਹਾਨੂੰ ਦੇ ਰਹੇ ਹਾਂ ਸਕਰੀਨ ਦੇ ਉੱਤੇ, 1871, 1947, 1974 ਜਾਂ ਫਿਰ 1995। ਤਾਂ ਪੈਨਸ਼ਨ ਦਾ ਇਸ ਸਮੇਂ ਖੂਬ ਰੌਲਾ ਜਾਂ ਕਹੀਏ ਕਿ ਚਰਚਾ ਹੈ, ਉਹ ਚਾਹੇ ਪੰਜਾਬ ਹੋਵੇ, ਹਰਿਆਣਾ ਹੋਵੇ, ਰਾਜਸਥਾਨ ਹੋਵੇ, ਹਿਮਾਚਲ ਹੋਵੇ ਜਾਂ ਦੇਸ਼ ਦਾ ਕੋਈ ਵੀ ਕੋਨਾ, ਕਿਉਂਕਿ ਜਿਹੜੇ EMPLOYEES ਜਿਹੜੇ ਸਰਕਾਰੀ ਨੌਕਰੀ ਹਾਸਲ ਕਰਦੇ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਜ਼ਰੂਰ ਹੁੰਦਾ ਕਿ ਜੇ ਪੈਨਸ਼ਨ ਹੋਵੇ ਤਾਂ ਲੋਕਾਂ ਨੂੰ ਆਪਣੇ ਬੁਢਾਪੇ ਦੀ ਚਿੰਤਾ ਨਹੀਂ ਹੋਵੇਗੀ ਜਾਂ ਉਹਨਾਂ ਨੂੰ ਖੁਦ ਦੇ ਬੁਢਾਪੇ ਦੀ ਚਿੰਤਾ ਨਹੀਂ ਹੋਵੇਗੀ। ਇਸ ਕਰਕੇ ਪੈਨਸ਼ਨ ਨੂੰ ਲੈ ਕੇ ਬਹੁਤ ਸਾਰੇ ਜ਼ਿਆਦਾਤਰ ਲੋਕ ਚਾਹੁੰਦੇ ਨੇ ਕਿ ਪੈਨਸ਼ਨ ਸਕੀਮ ਹੋਣੀ ਚਾਹੀਦੀ ਹੈ। ਖੈਰ ਉਹ ਕਿਵੇਂ ਹੋਵੇਗੀ ਉਸ ਦੇ ਉੱਤੇ ਸਵਾਲ ਜ਼ਰੂਰ ਹੈ, ਤੇ ਇਸ ਦੇ ਮੁੱਦੇ ਨਾਲ ਹੀ ਜੁੜਿਆ ਹੋਇਆ ਸਵਾਲ ਅੱਜ ਦਾ ਕਿ ਭਾਰਤ 'ਚ ਪੈਨਸ਼ਨ ਨੂੰ ਲੈ ਕੇ ਪਹਿਲਾ ਕਾਨੂੰਨ ਕਦੋਂ ਬਣਾਇਆ ਗਿਆ ਸੀ। ਚਾਰ ਆਪਸ਼ਨ ਤੁਹਾਡੀ ਟੀਵੀ ਸਕਰੀਨ ਤੇ। इस सवाल का जवाब असीं तुहानूं प्रोग्राम के दौरान पूरी जानकारी नाल दवांगे कि पहला पेंशन कानून देश दे विच बनाया कदों गया सी। अगली खबर का रुख करदे हां, बंदी ਸਿੰਘਾਂ ਦੀ रिहाई नूं लैके शुरू की गई दस्तखत मुहिम नूं लैके सीएम मान ने अकाली दल दे उत्ते वड्डा हमला बोलिया। सदा निशाना सी अकाली दल दे सरपरस्त दे उत्ते। सीएम मान ने प्रकाश सिंह बादल दे वल्लों कीते दस्तखतां दे उत्ते भी तंज कसिया। सीएम ने सवाल किया कि जो प्रकाश सिंह बादल सत्ता दे विच सी तां केंद्र नाल भाईवाल सी, उस समय दस्तखत क्यों नहीं किए गए? दस्तखत मुहिम शुरू की है कि उन्होंने इंसाफ मिलना चाहिए, दस्तखत करो। कल परसों अखबार च पढ़ता सी कहते प्रकाश सिंह बादल ने भी दस्तखत करते। ਉਹ ਮੈਂ ਕਿਹਾ ਜਦੋਂ ਤੇਰੇ ਦਸਤਖਤਾਂ ਦੀ ਕੀਮਤ ਪੈਂਦੀ ਸੀ, ਮੁੱਲ ਪੈਂਦਾ ਸੀ, ਉਦੋਂ ਤਾਂ ਕੀਤੇ ਨਹੀਂ, ਹੁਣ ਤਾਂ ਮੈਂ ਪੈਰਾਂ ਦੇ ਗੂਠੇ ਲਾ ਦੇ, ਹੁਣ ਕੀ ਕੌਣ ਪੁੱਛਦਾ ਦਸਤਖਤਾਂ ਨੂੰ। सीएम मान दे वार ते अकाली दल ने पलटवार किया ते दविंदरपाल भुल्लर दी रिहाई नूं लैके सवाल कीते। ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਸਿਆਸੀ ਗੁਰੂ ਕੇਜਰੀਵਾਲ ਨੂੰ ਕਹਿਣੀ ਚਾਹੀਦੀ, ਉਹ ਗੱਲ ਜਿਹੜੀ ਹੈ ਰਾਜਨੀਤਿਕ ਲਾਹਾ ਲੈਣ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਕਹੇ। ਭਗਵੰਤ ਮਾਨ ਜੀ, ਤੁਹਾਡੇ ਕੇਜਰੀਵਾਲ ਸਾਹਿਬ ਅੱਜ ਦੀ ਤਰੀਕ ਦੇ ਵਿੱਚ ਵੀ ਭੁੱਲਰ ਸਾਹਿਬ ਦੀ ਫਾਈਲ ਦੇ ਉੱਤੇ ਦਸਤਖਤ ਕਰਨ ਤੋਂ ਇਨਕਾਰੀ ਹੈ। प्रकाश सिंह बादल ने बंदी ਸਿੰਘਾਂ ਦੀ रिहाई ਦੇ ਲਈ ਤਿਆਰ ਕੀਤੇ ਫਾਰਮ ਦੇ ਉੱਤੇ ਦਸਤਖਤ ਕੀਤੇ ਸਨ। ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ 1 ਦਸੰਬਰ ਨੂੰ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦਾ ਹੁਣ ਦੂਜਾ ਪੜਾਅ ਜਾਰੀ ਹੈ। ਤਾਂ ਦਸਤਖਤ ਮੁਹਿੰਮ ਦੇ ਜ਼ਰੀਏ ਜੀਪੀਸੀ ਕੋਸ਼ਿਸ਼ ਕਰ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰਾਂ ਦੇ ਉੱਤੇ ਦਬਾਅ ਬਣਾਇਆ ਜਾ ਸਕੇ। ਉਧਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੀਐਮ ਮਾਨ ਦੇ ਬਿਆਨ ਤੋਂ ਬਾਅਦ ਸਿਆਸਤ ਵੀ ਭਖੀ ਹੋਈ ਹੈ। ਵੱਖ-ਵੱਖ ਪਾਰਟੀਆਂ ਸਣੇ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਬਿਆਨ ਇਸ ਮੁੱਦੇ ਉੱਤੇ ਦਿੱਤਾ ਗਿਆ ਤੇ ਸੀਐਮ ਮਾਨ ਦੇ ਬਿਆਨ ਤੇ ਅਕਾਲੀ ਦਲ ਨੇ ਪਲਟਵਾਰ ਕੀਤਾ ਤੇ ਦਾਅਵਾ ਕੀਤਾ ਕਿ ਬੰਦੀ ਸਿੱਖਾਂ ਦੀ ਲੜਾਈ ਅਕਾਲੀ ਦਲ ਦੇ ਵੱਲੋਂ ਹੀ ਲੜੀ ਗਈ ਹੈ, ਜਦਕਿ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਬੰਦੀ ਸਿੱਖਾਂ ਦੀ ਕੋਈ ਵੀ ਲਿਸਟ ਪ੍ਰਾਪਤ ਨਹੀਂ ਹੋਈ। ਸ਼੍ਰੋਮਣੀ ਅਕਾਲੀ ਦਲ ਤੇ
बादल क्या ने, प्रकाश सिंह बादल अकाली दल बादल ने दस्खत में शुरू की है कि उन्होंने इंसाफ मिलना चाहिए, दस्खत करो। कल परसों अखबार च पढ़ता सी कहते प्रकाश सिंह बादल ने भी दस्खत करते। ਉਹ ਮੈਂ ਕਿਹਾ ਜਦੋਂ ਤੇਰੇ ਦਸਤਖਤਾਂ ਦੀ ਕੀਮਤ ਪੈਂਦੀ ਸੀ, ਮੁੱਲ ਪੈਂਦਾ ਸੀ, ਉਦੋਂ ਤਾਂ ਕੀਤੇ ਨਹੀਂ, ਹੁਣ ਤਾਂ ਮੈਂ ਪੈਰਾਂ ਦੇ ਅੰਗੂਠੇ ਲਾ ਦੇ, ਹੁਣ ਕੀ ਕੌਣ ਪੁੱਛਦਾ ਦਸਤਖਤਾਂ ਨੂੰ। ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਜੋ ਲੜਾਈ ਲੜੀ ਅੱਜ ਤੱਕ, ਉਹ ਕੱਲੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੜੀ ਹੈ। ਜਿੰਨੇ ਬੰਦੀ ਸਿੱਖ ਹੈ ਉਹਨਾਂ ਦੀ ਸਾਰੇ ਕੋਰਟਸ ਜਿੰਨੇ ਹੈ, ਸੁਪਰੀਮ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ, ਸਾਰੇ ਵਕੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ। ਤੁਸੀਂ ਦੇਖਿਆ ਹੋਣਾ ਰਾਜੇਵਾਲ ਸਾਹਿਬ ਨੂੰ ਫਾਂਸੀ ਦੇ ਹੁਕਮ ਹੋ ਗਏ ਸੀ ਤੇ ਉਸਦਾ ਪ੍ਰਕਾਸ਼ ਸਿੰਘ ਬਾਦਲ ਨੇ SGPC ਪ੍ਰਧਾਨ ਨੂੰ ਨਾਲ ਲੈ ਕੇ ਦਿੱਲੀ ਜਾ ਕੇ ਉਹ ਫਾਂਸੀ ਰੁਕਾਈ। ਆ ਜਿਹੜੇ ਆਪਣਾ ਭੁੱਲਰ ਸਾਹਿਬ ਹੈ ਉਹਨਾਂ ਨੂੰ सेंटर सरकार ਨਾਲ ਗੱਲ करके वापस पंजाब च लेके आए। उनमें से 6 लोगों की ऑलरेडी रिहाई हो चुकी है। केवल 2 व्यक्ति हैं जिन पे एक पर दिल्ली में और दूसरे पर कर्नाटका में न्यायालय में अभी प्रकरण लंबित है। वो न्यायालय की प्रक्रिया समाप्त होने के बाद में उनको भी तुरंत रिहा किया जाएगा। इसके अतिरिक्त भी यदि ऐसा कोई केस आप राजोआणा ने साफ किया कि उन्होंने कौमी इंसाफ मोर्चा दे नाल कोई भी संबंध नहीं। राजोआणा ने पटियाला दे विच पेशी दौरान दावा किया कि मोर्चे दे विच मौजूद कुछ आगू उन्हां दे खिलाफ गलत बयानबाजी कर रहे हैं। किया कि राजोआणा उन्हां दे नाल संबंध रखण भावें ना रखण, पर मोर्चा उन्हां दे वल्लों किते कमां दे हमेशा नाल है ते उन्हां दे लई लड़ाई लड़दा रहेगा। मोर्चे नाल उन्हां दे कहण मुताबक संबंध उन्हां दा ना होवे, पर मैं स्पष्ट कर दियां कि मोर्चे दा संबंध उन्हां दे कीते होए वड्डे कारज दे नाल है। साडी ड्यूटी ये है आम लोकां दी, कौम दी, कि उन्हां ने कौम लई वड्डा कारज कीता है, उन्हां दीयां सजावां पूरीआं हो चुकीआं, असीं उन्हां नूं बाहर कढवाईए, ये साडी ड्यूटी है, साडा संबंध है। ते पार्टी आगुआं ने राजोआणा दे उस बयान ते भी मोड़वां जवाब दिता जिस च राजोआणा ने खुद नूं अकाली कहा सी। अकाली होण ते किसे नूं कोई इतराज नहीं, इतराज है बादल के होण ते। ओ बादल के जिन्हां ने साडी सन्मानयोग भैण नूं टिकट दे के हराया, ओदी बेइज्जती करवाई। 5वें थां ते आई है सरदार बलवंत सिंह राजोआणा दी भैण। सानू इतराज बादल क्या ते अकाली दल ते नहीं, इत्थे हजारां अकाली आउंदे ने। मोर्चे ने राजोआणा दे नाल इस पूरे मामले ते तालमेल बनाउण दा भी दावा कीता है। दस दईए कि कौमी इंसाफ मोर्चा राजोआणा सने जेलां दे विच बंद बंदी ਸਿੰਘਾਂ ਦੀ रिहाई दे लई 7 जनवरी तो मोर्चा लगा के बैठा है। काबिले गौर भी है कि जिहड़ी बंदी ਸਿੰਘਾਂ ਦੀ रिहाई दी मंग नूं लैके पोस्टर बनाया गया है, पहली तस्वीर राजोआणा दी है। खैर राजोआणा ही जो मोर्चे के उत्ते सवाल चुक देण या नुमाइंदियां दे उत्ते सवाल चुक देण फिर फर्क तां पैंदा है। हुण रुख करदे हां कुरुक्षेत्र दा, हरियाणा दा। कुरुक्षेत्र दे विच गुरुद्वारा 6वीं पातशाही दे विच मुड़ तो मर्यादा भंग हुई। HAGMC ਅਤੇ SGPC ਦੇ ਮੈਂਬਰ ਆਮੋ ਸਾਹਮਣੇ ਹੋ ਗਏ। ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੀ ਧੱਕੇ ਵੱਜੇ ਔਰ ਇੱਕ ਦੂਜੇ ਦੇ ਨਾਲ ਬਹਿਸ ਕਰਦੇ ਹੋਏ ਨੁਮਾਇੰਦੇ ਨਜ਼ਰ ਆਏ। दोनों कमेटियां दे मैंबरां दे विचाले नौबत धक्का मुक्की तो हथों पाई तक पहुंच गई। पुलिस नूं गुरु घर दे विच पहुंच के विचाले बचाव करना पिया। HAGMC दे साबका प्रधान बलजीत सिंह दादूवाल ने इल्जाम लगाया कि SGPC दे मैंबर गलत मंशा दे नाल गुरु घर दे विच माहौल खराब कर रहे ने। ਇਹਨਾਂ ਦਾ ਮਾਨ ਸਨਮਾਨ ਕਾਇਮ ਰੱਖਿਆ ਜਾਵੇ ਔਰ ਇਹਨਾਂ ਨੂੰ ਸੇਵਾ ਸੰਭਾਲ ਅਸੀਂ ਕਦੋਂ ਦੀਆਂ ਅਪੀਲਾਂ ਕਰ ਰਹੇ ਹਾਂ ਕਿ ਖੁਦ ਆ ਕੇ ਸਰਦਾਰ ਧਾਮੀ ਸਾਹਿਬ ਪ੍ਰਧਾਨ ਮੌਜੂਦਾ ਪ੍ਰਧਾਨ ਨੇ ਜਿਹੜੀ ਸ਼੍ਰੋਮਣੀ ਕਮੇਟੀ ਜੋ ਆ ਕੇ ਖੁਦ ਸੇਵਾ ਸੰਭਾਲ ਕੇ ਜਾਣ, ਪਰ ਉਹਨਾਂ ਨੇ ਕੋਈ ਗੌਰ ਨਹੀਂ ਕੀਤਾ। ਸੋ ਸਾਡੇ ਨਾਲ ਧੱਕੇਸ਼ਾਹੀ ਬੇਇਨਸਾਫੀ ਅੱਜ ਵੀ ਸਾਡੇ ਨਾਲ ਉਹ ਮਾਰ ਕੁਟਾਈ ਜਿਹੜੀ ਆ ਉਹ ਕਰਨਾ ਚਾਹੁੰਦੇ ਸੀ। पूरा विवाद गुरुद्वारा 6वीं पातशाही दे ऑफिस दा ताला तोड़ के सेवा संभालण नूं लैके खड़ा होया है। SGPC ने इस नूं गुरुद्वारा साहब ते सिख धर्म दी बेअदबी करार दिंदे होए एडहॉक कमेटी दी गुंडागर्दी दस्सिया। दरअसल सुप्रीम कोर्ट ने HAGMC नूं सितंबर महीने दे विच मानता दित्ती सी। फिर जबरदस्त झड़प दीयां तस्वीरां या बहस दीयां तस्वीरां सामने आईयां तो उस तो बाद सियासी बयानबाजी भी होण लगी। मामला SGPC तक भी पहुंचा। कुरुक्षेत्र गुरुद्वारा विवाद के उत्ते SGPC प्रधान हरजिंदर सिंह धामी होरां ने इस पूरे घटनाक्रम की निंदा की। उधर अकाली दल के प्रधान भी सवाल चुकते नजर आए।
ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਆੜ ਦੇ ਵਿੱਚ ਸਿੱਖ ਮਾਮਲਿਆਂ 'ਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਐਕਟ ਨੂੰ ਹਾਈਲੀ ਕੰਡੈਮ ਕਰਦੀ ਆ ਔਰ ਕੰਡੈਮ ਹੀ ਨਹੀਂ ਕਰਦੀ, ਉਹਨਾਂ ਨੂੰ ਇਹ ਵੀ ਕਹਿੰਦੀ ਵੀ ਤੁਸੀਂ ਫਿਰ ਜੇ ਆਹ ਕੰਮ ਜਿਹੜਾ ਵਿਰੋਧੀ ਕਰਦੇ ਹੋ ਤੁਸੀਂ ਕਰਨ ਲੱਗ ਪਏ, ਫਿਰ ਬਾੜ ਹੀ ਖੇਤ ਨੂੰ ਖਾਣ ਲੱਗ ਪਈ, ਫਿਰ ਰੱਖਿਆ ਕੌਣ ਕਰੂਗਾ। ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਐਸਜੀਪੀਸੀ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ। ਆ ਜਿੰਦਰੇ ਤੋੜੇ ਆ ਤੇ ਇੱਕ ਕਾਲਾ ਦਿਨ ਹੈ ਸਿੱਖ ਕੌਮ ਦੇ ਪੰਥ ਦੇ ਇਤਿਹਾਸ ਵਿੱਚ। ਆ ਸਾਰੀਆਂ ਕੋਸ਼ਿਸ਼ਾਂ ਸਾਰੇ ਨੈਸ਼ਨਲ ਪਾਰਟੀਆਂ ਦੀ ਹੋ ਰਹੀਆਂ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਕਮਜ਼ੋਰ ਕਰਨਾ ਤੇ ਸੁੱਖਾਂ ਦੀ ਮਿਨੀ ਪਾਰਲੀਮੈਂਟ ਨੂੰ ਕਮਜ਼ੋਰ ਕਰਨਾ। तमाम इल्जामां दे विचाले कुरुक्षेत्र विवाद के उत्ते हरियाणा के मुख मंत्री का कहना है कि सुप्रीम कोर्ट के फैसले नूं असीं अमल दे विच लैके आ रहे हां। कमेटी के लोग ही गुरु घर दे विच जा रहे ने। सुप्रीम कोर्ट ने निर्णय दे दिया है, समिति अब नई बनी है, उस नई समिति ने जो कुछ करना है उसके हिसाब से हम उसका पूरा सहयोग। कुरुक्षेत्र के गुरु घर दे विच होए विवाद नूं लैके एसजीपीसी ने 5 मैंबरी कमेटी बनाई है जो जल्दी गुरु घर दे विच पहुंचेगी। खैर जो मुद्दा होवे गुरु घर की सेवा संभाल दा पर उस दे विच सियासत नजर आवे फिर फर्क तां पैंदा है। अगे वधदे ते गल होवेगी पासपोर्ट दफ्तर दी ते ਜਿਹੜੀਆਂ ਡੇਟਸ ਮਿਲਦੀਆਂ ਨੇ ਪਾਸਪੋਰਟ ਦੇ ਲਈ ਬਣਵਾਉਣ ਦੇ ਲਈ ਉਸ ਨੂੰ ਲੈ ਕੇ ਐਮਪੀ ਔਜਲਾ ਸਵਾਲ ਚੁੱਕ ਰਹੇ ਨੇ। ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੇ ਪਾਸਪੋਰਟ ਦਫ਼ਤਰ ਦਾ ਦੌਰਾ ਕੀਤਾ ਤੇ ਅੰਮ੍ਰਿਤਸਰ ਪਾਸਪੋਰਟ ਦਫ਼ਤਰ ਦਾ ਨਿਰੀਖਣ ਕਰਨ ਪਹੁੰਚੇ ਤੇ ਨਾਲ ਹੀ ਇਲਜ਼ਾਮ ਲਗਾਏ ਕਿ ਪਾਸਪੋਰਟ ਦਫ਼ਤਰ ਦੇ ਵਿੱਚ ਭ੍ਰਿਸ਼ਟਾਚਾਰ ਹੁੰਦਾ ਹੈ। ਪੈਸੇ ਦੇਣ ਵਾਲਿਆਂ ਦਾ ਕੰਮ ਪਹਿਲ ਦੇ ਆਧਾਰ ਦੇ ਉੱਤੇ ਹੁੰਦਾ ਹੈ। ਰੂਟੀਨ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ। ਇਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕਰਾਂਗੇ। ਔਜਲਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ। ਖੈਰ ਪਾਸਪੋਰਟ ਨੂੰ ਲੈ ਕੇ ਕਿਉਂਕਿ ਇਸ ਸਮੇਂ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਬਾਹਰ ਜਾਂਦੇ ਨੇ ਔਰ ਦੂਜੇ ਪਾਸੇ ਬਹੁਤ ਸਾਰੇ ਲੋਕ ਆਪਣੇ ਰੋਜ਼ਗਾਰ ਨੂੰ ਲੈ ਕੇ ਜਾਂ ਫਿਰ ਘੁੰਮਣ ਦੇ ਲਈ ਵੀ ਵਿਦੇਸ਼ ਜਾਂਦੇ ਨੇ ਜਾਂ ਜਾਣਾ ਚਾਹੁੰਦੇ ਨੇ। ਇਸ ਕਰਕੇ ਪਾਸਪੋਰਟ ਬਣਵਾਉਣ ਵਾਲਿਆਂ ਦੀ ਇੱਕ ਲੰਬੀ ਕਤਾਰ ਹਮੇਸ਼ਾ ਰਹਿੰਦੀ ਹੈ। ਮੌਜੂਦਾ ਸਮੇਂ ਦੇ ਵਿੱਚ ਵੀ ਜੇਕਰ ਗੱਲ ਕਰੀਏ ਤਾਂ 2-2 ਮਹੀਨੇ ਡੇਟ ਨਹੀਂ ਮਿਲਦੀ ਜਦੋਂ ਇੰਟਰਵਿਊ ਦੇ ਲਈ ਤੁਸੀਂ ਪਾਸਪੋਰਟ ਦਫ਼ਤਰ ਜਾਣਾ ਹੁੰਦਾ ਹੈ। ਮੌਜੂਦਾ ਸਮੇਂ ਦੇ ਵਿੱਚ ਤੁਸੀਂ ਪਾਸਪੋਰਟ ਦਾ ਫਾਰਮ ਭਰੋ, ਅਪਲਾਈ ਕਰੋ, ਪੈਸੇ ਦੇਵੋ ਤਾਂ ਹੋ ਸਕਦਾ ਕਿ ਤੁਹਾਨੂੰ ਮਈ ਦੇ ਵਿੱਚ ਜਾ ਕੇ ਅਪ੍ਰੈਲ ਦੇ ਐਂਡ 'ਚ ਜਾਂ ਮਈ ਦੇ ਅੱਧ ਦੇ ਵਿੱਚ ਜਾ ਕੇ ਪਾਸਪੋਰਟ ਦਫ਼ਤਰ ਡੇਟ ਦੇਵੇ। ਖੈਰ ਇਸ ਨੂੰ ਲੈ ਕੇ ਹੀ ਵਿਵਾਦ ਹੈ ਤੇ ਇਸ ਨੂੰ ਲੈ ਕੇ ਐਮਪੀ ਔਜਲਾ ਦੇ ਵੱਲੋਂ ਅੰਮ੍ਰਿਤਸਰ ਗਏ ਤੇ ਅੰਮ੍ਰਿਤਸਰ ਦੇ ਪਾਸਪੋਰਟ ਦਫ਼ਤਰ ਦੇ ਵਿੱਚ ਉਹਨਾਂ ਨੇ ਨਿਰੀਖਣ ਕੀਤਾ ਤੇ ਨਾਲ ਹੀ ਇਲਜ਼ਾਮ ਲਗਾਏ ਕਿ ਇੱਥੇ ਭ੍ਰਿਸ਼ਟਾਚਾਰ ਹੁੰਦਾ ਹੈ। ਪੈਸੇ ਦੇਣ ਵਾਲਿਆਂ ਦਾ ਪਹਿਲ ਦੇ ਆਧਾਰ ਦੇ ਉੱਤੇ ਕੰਮ ਕੀਤਾ ਜਾਂਦਾ ਹੈ। ਉਹਨੂੰ ਡੇਟ ਦਿੱਤੀ ਜਾਂਦੀ ਫਿਰ 10 ਦਿਨਾਂ ਬਾਅਦ ਆਈ। ਜਿਹੜੇ ਬੰਦੇ ਅੱਜ ਹੁਣ ਮੈਂ ਸਾਰਾ ਰਿਕਾਰਡ ਮਤਲਬ ਦੇਖਿਆ, ਮੇਰੀ ਨੌਲੇਜ 'ਚ 3 ਬੰਦੇ ਉਹ ਨੇ ਜਿਨ੍ਹਾਂ ਨੇ ਪੈਸੇ ਦੇ ਕੇ ਡੇਟ ਲਈ ਹੈ। ਉਹ ਕੰਨ 'ਚ ਫੂਕ ਮਾਰਦੇ ਆ, ਉਹ ਜਿਹੜਾ ਉਹ ਖੜਾ ਹੈ ਸਰਦਾਰ, ਉਹ ਸਿੱਧਾ ਇਹਨਾਂ ਨੂੰ ਅੰਦਰ ਲੈ ਕੇ ਜਾਂਦਾ, ਉਹਨੂੰ ਅੰਦਰ ਭਾਗ ਉਹਦੇ ਕਾਗਜ਼ ਵੀ ਪੂਰੇ ਕਰ ਦਿੱਤੇ ਜਾਂਦੇ ਆ। ਜਿਹੜਾ ਬੰਦਾ ਗਰੀਬ, ਦੇਖੋ ਇਹਨਾਂ ਨੂੰ 2-2 ਲੱਖ ਰੁਪਏ ਤਨਖਾਹਾਂ ਲੈਣ ਦੇ ਨੇ, ਇਹ ਕਿਹੜੇ ਕੰਮ ਦੀਆਂ ਲੈਂਦੇ ਨੇ? ਲੋਕਾਂ ਨੂੰ ਖੱਜਲ ਖੁਆਰ ਪਰੇਸ਼ਾਨ ਇਸ ਕਰਕੇ ਕੀਤਾ ਜਾਂਦਾ ਕਿ ਉਹ ਪੈਸੇ ਦੇਣ। ਪੈਸੇ ਤੇ ਕੁਦਰਤੀ ਗੱਲ ਹੈ, ਜਿਹੜਾ ਇੱਥੇ ਜਿਹਨੇ 10 ਚੱਕਰ ਮਾਰਨੇ ਉਹਨੇ ਬਾਅਦ 'ਚ ਕੀ ਕਰਨਾ ਵਿਚਾਰੇ ਨੇ? ਉਹਨੇ ਰਾਹ ਲੱਭਣਾ ਨਾ ਕਿ ਮੈਨੂੰ ਪੈਸੇ ਮਿਲਣਗੇ ਦਿਓ। ਉਹ ਪੈਸੇ ਲੱਭਦੇ ਆ। ਸਾਡੇ ਜਿਹੜਾ ਸਾਡੇ ਕੋਲ ਆ ਤਾਂ ਬਗੈਰ ਪੈਸੇ ਕੰਮ ਹੋਣਾ, ਅਸੀਂ ਚਵਾਨੀ ਨਹੀਂ ਲੱਗਣ ਦਿੰਦੇ ਕਿਸੇ। ਇਹ ਉਹਨੂੰ ਤੜਫਾਉਂਦੇ ਆ। ਜਿਹੜੇ ਇਹਨਾਂ ਨੂੰ ਪੈਸੇ ਦਿੰਦਾ ਡਾਇਰੈਕਟ ਅੰਦਰ ਖੜ ਕੇ ਉਹਦੇ ਪੈਸੇ ਪੂਰੇ ਕਰਦੇ। ਹੁਣ ਹੱਲ ਕੀ ਹੈ? ਹੱਲ ਇਹਨਾਂ ਦਾ ਪ੍ਰਿਵਿਲੇਜ ਕਮੇਟੀ 'ਚ ਲਿਜਾ ਕੇ ਇਹਨਾਂ ਦੇ ਉੱਤੇ ਪਰਚੇ ਮੈਂ ਉੱਤੋਂ ਦਰਜ ਕਰਾਉਂਗਾ, ਇਹਨਾਂ ਦੀ ਨੌਕਰੀ ਖਤਮ। ਖੈਰ ਜਦੋਂ ਮੁੱਦਾ ਪਾਸਪੋਰਟ ਦਾ ਹੋਵੇ ਤੇ ਇਲਜ਼ਾਮ ਭ੍ਰਿਸ਼ਟਾਚਾਰ ਦੇ ਲੱਗਣ, ਜੇ ਪਾਸਪੋਰਟ ਬਣਵਾਉਣ ਨੂੰ ਲੈ ਕੇ ਵੀ ਭ੍ਰਿਸ਼ਟਾਚਾਰ ਹੋ ਰਿਹਾ ਹੈ ਫਿਰ ਫਰਕ ਤਾਂ ਪੈਂਦਾ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਤੁਰਕੀ ਤੋਂ ਪਰਤੀ ਐਨਡੀਆਰਐਫ ਅਤੇ ਹੋਰ ਰੈਸਕਿਊ ਪੇਸ਼ੇਵਰਾਂ ਦੀ ਟੀਮ ਦੇ ਨਾਲ ਗੱਲਬਾਤ ਕੀਤੀ। ਭਾਰਤ ਤੋਂ ਐਨਡੀਆਰਐਫ ਦੀ ਟੀਮ ਆਪਰੇਸ਼ਨ ਦੋਸਤ ਦੇ ਤਹਿਤ ਤੁਰਕੀ ਗਈ ਸੀ, ਜਿੱਥੇ ਉਹਨਾਂ ਭੁਚਾਲ ਪੀੜਤ ਲੋਕਾਂ ਦੀ ਮਦਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਵਿਰਾਸਤ ਦੇ ਵਿੱਚ ਸਾਨੂੰ ਸਭ ਦੇ ਭਲੇ ਦਾ ਗੁਣ ਸਿਖਾਇਆ ਗਿਆ ਹੈ ਤੇ ਅਸੀਂ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਮੰਨਦੇ ਹਾਂ। ਜਦੋਂ ਕੋਈ ਪਰਿਵਾਰ ਦਾ ਸੰਕਟ ਦੇ ਵਿੱਚ ਹੁੰਦਾ ਹੈ ਤਾਂ ਉਸ ਦੀ ਮਦਦ ਕਰਨਾ ਭਾਰਤ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸਾਡੇ ਜਵਾਨਾਂ ਤੇ ਡੌਗ ਸਕੁਐਡ ਦੇ ਮੈਂਬਰਾਂ ਨੇ ਗਜਬ ਦਾ ਦਮ ਦਿਖਾਇਆ, ਪ੍ਰਧਾਨ ਮੰਤਰੀ ਨੇ ਕਿਹਾ ਤੇ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਤੁਹਾਡੇ ਉੱਤੇ ਮਾਣ ਹੈ। डॉग स्क्वाड्स के सदस्यों ने भी अद्भुत क्षमता का प्रदर्शन किया है। आप सभी पर देश को बहुत गर्व है। साथियों, हमारी संस्कृति ने हमें वसुधैव कुटुंबकम की सीख दी है और ये मंत्र जिस श्लोक से निकले हैं
वो बहुत ही प्रेरक है। ਖੈਰ ਜਦੋਂ ਤੁਰਕੀ ਦੇ ਵਿੱਚ ਜਾ ਕੇ ਭਾਰਤ ਦਾ ਦਲ ਐਨਡੀਆਰਐਫ ਦੀ ਟੀਮ ਉੱਥੇ ਲੋਕਾਂ ਦੀ ਮਦਦ ਕਰੇ ਉਸ ਸਮੇਂ ਦੇ ਉੱਤੇ ਜਦੋਂ ਬਹੁਤ ਮੁਸ਼ਕਿਲ ਦੇ ਵਿੱਚ ਨੇ। ਤੁਰਕੀ ਦੇ ਵਿੱਚ ਆਏ ਭੁਚਾਲ ਦੀ ਵਜ੍ਹਾ ਦੇ ਨਾਲ ਹਜ਼ਾਰਾਂ ਲੋਕਾਂ ਦੀ ਉੱਥੇ ਮੌਤ ਹੋਈ ਹੈ ਤੇ ਐਨਡੀਆਰਐਫ ਦੀ ਟੀਮ ਤੁਰਕੀ ਗਈ ਹੋਈ ਸੀ, ਤੁਰਕੀ ਸੀਰੀਆ ਦੇ ਵਿੱਚ, ਜਿੱਥੇ ਮਦਦ ਕੀਤੀ ਗਈ ਨਾ ਸਿਰਫ ਲੋਕਾਂ ਦੇ ਰੈਸਕਿਊ ਦੇ ਵਿੱਚ ਬਲਕਿ ਉਹਨਾਂ ਨੂੰ ਮੁੜ ਤੋਂ ਸੰਭਾਲਣ ਦੇ ਵਿੱਚ ਵੀ। ਖੈਰ ਜਦੋਂ ਟੀਮਾਂ ਇਸ ਤਰੀਕੇ ਨਾਲ ਬਗਾਨੇ ਮੁਲਕ ਜਾ ਕੇ ਵੀ ਲੋਕਾਂ ਦੀ ਸੇਵਾ ਭਾਵ ਦੇ ਨਾਲ ਮਦਦ ਕਰਨ ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ 20 ਫਰਵਰੀ ਦੇ ਇਤਿਹਾਸ ਦੀ। 20 ਫਰਵਰੀ ਦਾ ਇਤਿਹਾਸ ਕੀ ਕਹਿੰਦਾ ਉਹ ਤੁਹਾਨੂੰ ਦੱਸਾਂਗੇ। 20 ਫਰਵਰੀ ਦਾ ਇਤਿਹਾਸ ਰੇਲਵੇ ਦੇ ਨਾਲ ਜੁੜਿਆ ਹੋਇਆ ਹੈ। ਜਿਹਾਂ ਕੰਪਿਊਟਰ ਦੇ ਜ਼ਰੀਏ ਰੇਲਵੇ ਟਿਕਟ ਦੀ ਬੁਕਿੰਗ ਸ਼ੁਰੂ ਹੋਈ ਸੀ। ਕੰਪਿਊਟਰਾਈਜ਼ਡ ਰੇਲਵੇ ਟਿਕਟ ਬੁਕਿੰਗ ਦੀ ਸ਼ੁਰੂਆਤ ਹੋਈ 20 ਫਰਵਰੀ ਦੇ ਦਿਨ। ਸਾਡੇ ਦੇਸ਼ ਦੇ ਵਿੱਚ ਇੰਡੀਅਨ ਰੇਲਵੇ ਨੇ 20 ਫਰਵਰੀ 1986 ਨੂੰ ਕੰਪਿਊਟਰ ਦੇ ਨਾਲ ਰੇਲਵੇ ਟਿਕਟ ਰਿਜ਼ਰਵੇਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਰੇਲਵੇ ਰਿਜ਼ਰਵੇਸ਼ਨ ਮੈਨੂਅਲੀ ਹੋਇਆ ਕਰਦਾ ਸੀ, ਜਿਵੇਂ ਤੁਸੀਂ ਸਟੇਸ਼ਨ ਦੇ ਉੱਤੇ ਜਾਂ ਫਿਰ ਜਾ ਕੇ ਰਿਜ਼ਰਵੇਸ਼ਨ ਕਰਵਾਉਂਦੇ ਸੀ ਜਾਂ ਫਿਰ ਵੱਖ-ਵੱਖ ਜਿਹੜੇ ਲੋਕਾਂ ਦੇ ਵੱਲੋਂ ਵੀ ਇਹ ਕਾਰੋਬਾਰ ਕੀਤੇ ਜਾਂਦੇ ਸੀ। ਲੋਕਾਂ ਨੂੰ ਮੈਨੂਅਲ ਟਿਕਟ ਰਿਜ਼ਰਵੇਸ਼ਨ ਕਰਵਾਉਣ ਦੇ ਲਈ ਪਹਿਲਾਂ ਇੱਕ ਫਾਰਮ ਭਰਨਾ ਹੁੰਦਾ ਸੀ। ਜੇਕਰ ਕਿਸੇ ਇੱਕ ਤਰੀਕ ਦੇ ਉੱਤੇ ਰਿਜ਼ਰਵੇਸ਼ਨ ਨਾ ਮਿਲੇ ਤਾਂ ਫਿਰ ਅਗਲੀ ਡੇਟ ਪਾਉਣੀ ਹੁੰਦੀ ਸੀ। ਇਸ ਤੋਂ ਬਾਅਦ ਭਰਿਆ ਹੋਇਆ ਫਾਰਮ ਲੈ ਕੇ ਇੱਕ ਬਹੁਤ ਲੰਬੀ ਲਾਈਨ ਦੇ ਵਿੱਚ ਵੀ ਲੱਗਣਾ ਪੈਂਦਾ ਸੀ। ਇਸੀ ਵਜ੍ਹਾ ਦੇ ਨਾਲ ਲੋਕਾਂ ਨੂੰ ਯਾਤਰਾ ਤੋਂ ਕਾਫੀ ਪਹਿਲਾਂ ਹੀ ਇਹ ਸਭ ਕੁਝ ਪਲਾਨ ਕਰਨਾ ਪੈਂਦਾ ਸੀ। ਯਾਨੀ ਜੇਕਰ ਤੁਸੀਂ ਯਾਤਰਾ ਤੇ ਉਸ ਸਮੇਂ ਦੇ ਵਿੱਚ ਜਾਣ ਦੀ ਸੋਚ ਰਹੇ ਹੁੰਦੇ ਸੀ 1980-85 ਦੇ ਸਮੇਂ ਦੇ ਵਿੱਚ, ਤਾਂ ਤੁਸੀਂ ਇਹ ਸੋਚ ਕੇ ਚੱਲੋ ਕਿ ਘੱਟੋ ਘੱਟ ਤੁਹਾਨੂੰ ਮਹੀਨਾ 2 ਮਹੀਨੇ ਪਹਿਲਾਂ ਸੋਚਣਾ ਹੋਏਗਾ, ਉਸ ਤੋਂ ਬਾਅਦ ਜਾ ਕੇ ਰਿਜ਼ਰਵੇਸ਼ਨ ਹੋਏਗੀ। ਫਿਰ ਅੱਜ ਕੱਲ੍ਹ ਵੀ ਰਿਜ਼ਰਵੇਸ਼ਨ ਦੇ ਵਿੱਚ ਵੇਟਿੰਗ ਬਹੁਤ ਚੱਲਦੀ ਹੈ, ਪਰ ਆਨਲਾਈਨ ਸਭ ਕੁਝ ਪਤਾ ਲੱਗਦਾ ਹੈ ਕਿ ਕਿਹੜੀ ਟ੍ਰੇਨ ਦੇ ਵਿੱਚ ਕਿੰਨੀ ਵੇਟਿੰਗ ਹੈ। ਔਰ ਇਸ ਦੀ ਸ਼ੁਰੂਆਤ ਹੋਈ ਸੀ 20 ਫਰਵਰੀ 1986।